ਦਿੱਲੀ ਦਾ ਕਿਸਾਨ ਅੰਦੋਲਨ ਇੱਕ ਤਰ੍ਹਾਂ ਨਾਲ ਮੁਕੰਮਲ ਹੋ ਗਿਆ ਹੈ, ਪਰ ਇਸ ਵੇਲੇ ਇਹ ਸੋਚਣ ਦਾ ਵੇਲਾ ਵੀ ਹੈ ਕਿ ਪ੍ਰਾਪਤੀ ਕਿੰਨੀ ਕੁ ਹੋਈ ਹੈ। ਕਿਸਾਨਾਂ ਨਾਲ ਜੋ ਵਾਅਦੇ ਕੀਤੇ ਗਏ ਨੇ ਉਹ ਪੂਰੇ ਵੀ ਹੋਣਗੇ। ਕਿਸਾਨ ਅੰਦੋਲਨ ਤੋਂ ਬਾਅਦ ਹੁਣ ਅੱਗੇ ਕੀ ਹੋਊਗਾ, ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦੇ ਇਸ ਵੀਡੀਓ 'ਚ। ਕਿਸਾਨ ਅੰਦੋਲਨ ਵਿੱਚ ਹੁਣ ਅੱਗੇ ਕੀ ਹੋਊਗਾ, ਇਹ ਸਮਝਣ ਤੋਂ ਪਹਿਲਾਂ ਇਹ ਪਤਾ ਕਰਨਾ ਬਹੁਤ ਜ਼ਰੂਰੀ ਹੈ ਕਿ ਕਿਸਾਨੀ ਮੋਰਚਾ ਜਿਹੜੇ ਵੇਲੇ ਵਾਪਸ ਹੋਇਆ ਜਾਂ ਕਿਸਾਨ ਵਾਪਸ ਪਰਤੇ ਨੇ, ਉਸ ਮੌਕੇ ਕਿਸਾਨਾਂ ਦੇ ਨਾਲ ਕਿਹੜੇ-ਕਿਹੜੇ ਵਾਅਦੇ ਕੀਤੇ ਗਏ ਨੇ, ਕਿਹੜੀਆਂ ਗੱਲਾਂ ਨੂੰ ਲੈ ਕੇ ਕਿਸਾਨ ਮੋਰਚੇ ਦੀ ਵਾਪਸੀ ਹੋਈ ਹੈ। 3 ਖੇਤੀ ਕਾਨੂੰਨ ਵਾਪਸ ਹੋ ਗਏ, ਉਹ ਚੀਜ਼ ਵਾਪਸ ਹੋ ਗਈ ਜੋ ਕਿਸਾਨਾਂ ਨੂੰ ਨਹੀਂ ਚਾਹੀਦੀ ਸੀ, ਜਿਹਦਾ ਉਹ ਵਿਰੋਧ ਕਰ ਰਹੇ ਸੀ ਉਹ ਵਾਪਸ ਹੋ ਗਈ। ਪਰ ਜਿਹੜੀ ਚੀਜ਼ ਕਿਸਾਨਾਂ ਨੂੰ ਚਾਹੀਦੀ ਸੀ, ਜੋ ਉਹ ਮੰਗ ਰਹੇ ਆ ਵਾਰ-ਵਾਰ, MSP ਘੱਟੋ ਘੱਟ ਸਮਰਥਨ ਮੁੱਲ, ਉਹ ਹਾਲੇ ਤੱਕ ਵੀ ਨਹੀਂ ਮਿਲੀ, ਕਾਨੂੰਨੀ ਰੂਪ ਉਹਨੂੰ ਨਹੀਂ ਦਿੱਤਾ ਗਿਆ। ਸਗੋਂ ਦੇ ਉੱਪਰ ਇੱਕ ਕਮੇਟੀ ਬਣਾਉਣ ਦੀ ਗੱਲ ਕਹੀ ਗਈ ਹੈ, ਇੱਕ ਅਜਿਹੀ ਕਮੇਟੀ ਜਿਹਦੇ ਵਿੱਚ ਸਰਕਾਰ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਇਹ ਕਮੇਟੀ ਅੱਗੇ ਕੀ ਕਰੂਗੀ, ਇਹਦੇ ਬਾਰੇ ਹਾਲੇ ਕੁਝ ਸਪਸ਼ਟ ਨਹੀਂ ਹੋ ਸਕਿਆ। ਪਰ ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਜੇ ਪਾਰਲੀਮੈਂਟ ਦੇ ਇਸੇ ਸੈਸ਼ਨ ਵਿੱਚ ਫਟਾਫਟ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਜਾ ਸਕਦੇ ਸੀ ਤਾਂ MSP ਬਾਰੇ ਕਾਨੂੰਨ ਵੀ ਇਸੇ ਸੈਸ਼ਨ ਦੌਰਾਨ ਕਿਉਂ ਨਹੀਂ ਬਣਾਇਆ ਗਿਆ ਜਾਂ ਕਿਉਂ ਨਹੀਂ ਬਣਾਇਆ ਜਾ ਸਕਿਆ। ਇਹਦੇ ਉੱਪਰ ਕਮੇਟੀ ਬਣਾਉਣ ਦੀ ਗੱਲ ਹੀ ਕਿਉਂ ਹੋਈ ਹੈ, ਇਹ ਸੋਚਣ ਦਾ ਵਿਸ਼ਾ ਹੈ। ਕਿਉਂਕਿ ਸਾਡੇ ਦੇਸ਼ ਦਾ ਇਤਿਹਾਸ ਫਰੋਲ ਲਵੋ ਜਾਂ ਸਾਡੇ ਦੇਸ਼ ਦਾ ਰੁਝਾਨ ਵੇਖ ਲਵੋ, ਸਾਡੇ ਦੇਸ਼ ਵਿੱਚ ਅਣਗਿਣਤ ਕਮੇਟੀਆਂ, ਕਮਿਸ਼ਨ ਬਣ ਚੁੱਕੇ ਨੇ। ਇਹਨਾਂ ਦੇ ਕਿੰਨੇ ਕੁ ਸਿੱਟੇ ਨਿਕਲਦੇ ਆ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। 20-20, 30-30 ਸਾਲ ਪੁਰਾਣੀਆਂ ਕਮੇਟੀਆਂ ਤੇ ਕਮਿਸ਼ਨ ਹਾਲੇ ਵੀ ਫਾਈਲਾਂ ਵਿੱਚ ਕੰਮ ਕਰ ਰਹੇ ਆ, ਪਰ ਕੋਈ ਵੀ ਠੋਸ ਸਿੱਟਾ ਇਹਨਾਂ ਵਿੱਚੋਂ ਆਮ ਤੌਰ ਤੇ ਨਹੀਂ ਨਿਕਲਦਾ। ਇਸ ਦੇਸ਼ ਦਾ ਰੁਝਾਨ ਦੱਸਦਾ ਹੈ। ਸੋ ਇਸ ਗੱਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ MSP ਨੂੰ ਸ਼ਾਇਦ ਹੌਲੀ-ਹੌਲੀ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। 1.5 ਸਾਲ ਤੱਕ ਚੱਲੇ ਕਿਸਾਨ ਅੰਦੋਲਨ ਦੌਰਾਨ 750 ਦੇ ਕਰੀਬ ਕਿਸਾਨ ਆਪਣੀ ਜਾਨ ਵਾਰ ਗਏ, ਸ਼ਹੀਦ ਹੋ ਗਏ ਅਤੇ ਉਹਨਾਂ ਨੂੰ ਮੁਆਵਜ਼ੇ ਦੀ ਮੰਗ ਵੀ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਉੱਠਦੀ ਰਹੀ ਹੈ। ਦੂਜੇ ਬੰਨੇ ਕੇਂਦਰ ਸਰਕਾਰ ਲਗਾਤਾਰ ਇਹ ਕਹਿੰਦੀ ਰਹੀ ਹੈ ਕਿ ਉਹਦੇ ਕੋਲ ਕੋਈ ਡਾਟਾ ਹੈ ਹੀ ਨਹੀਂ, ਕੋਈ ਅੰਕੜਾ, ਕੋਈ ਜਾਣਕਾਰੀ ਇਸ ਬਾਰੇ ਹੈ ਹੀ ਨਹੀਂ। ਪਾਰਲੀਮੈਂਟ ਵਿੱਚ ਖੇਤੀ ਮੰਤਰੀ ਖੁਦ ਕਹਿ ਚੁੱਕੇ ਆ ਕਿ ਕਿੰਨੇ ਕਿਸਾਨ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ, ਉਹਨਾਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ, ਕੋਈ ਅੰਕੜਾ ਉਹਨਾਂ ਕੋਲ ਹੈ ਹੀ ਨਹੀਂ, ਨੋ ਡਾਟਾ ਅਵੇਲੇਬਲ। ਪਰ ਹੁਣ ਜਦੋਂ 3 ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕਿਸਾਨਾਂ ਨੂੰ ਆਪੋ ਆਪਣੇ ਘਰੇ ਭੇਜਣ ਦੀ ਤਿਆਰੀ ਹੋ ਰਹੀ ਸੀ, ਜਦੋਂ ਅੰਦੋਲਨ ਨੂੰ ਸਮਾਪਤ ਕਰਨ ਦੀ ਗੱਲ ਹੋ ਰਹੀ ਸੀ, ਤਾਂ ਫਿਰ ਕੇਂਦਰ ਸਰਕਾਰ ਨੇ UP ਅਤੇ ਹਰਿਆਣਾ ਅਤੇ ਹੋਰਨਾਂ ਸਰਕਾਰਾਂ ਦੇ ਨਾਲ ਗੱਲਬਾਤ ਕਰਕੇ ਲਿਖਤੀ ਤੌਰ ਤੇ ਕਿਸਾਨ ਜਥੇਬੰਦੀਆਂ ਨੂੰ ਇਹ ਭਰੋਸਾ ਦਵਾ ਦਿੱਤਾ ਹੈ ਕਿ ਸਿਧਾਂਤਕ ਤੌਰ ਉੱਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਸਹਿਮਤੀ ਬਣ ਗਈ ਹੈ। ਹੁਣ ਇਹ ਸਿਧਾਂਤਕ ਸਹਿਮਤੀ ਕੀ ਹੁੰਦੀ ਹੈ, ਇਹ ਕਿਸੇ ਨੂੰ ਵੀ ਚੰਗੀ ਤਰ੍ਹਾਂ ਸਪਸ਼ਟ ਨਹੀਂ ਹੈ। ਮੁਆਵਜ਼ਾ ਕਦੋਂ ਦਿੱਤਾ ਜਾਊਗਾ, ਕਿਹਨਾਂ ਸ਼ਰਤਾਂ ਤਹਿਤ ਦਿੱਤਾ ਜਾਊਗਾ, ਇਹਦੇ ਬਾਰੇ ਕੁਝ ਨਹੀਂ ਦੱਸਿਆ ਗਿਆ। ਇੱਕ ਚੀਜ਼ ਜ਼ਰੂਰ ਸਮਝ ਲਵੋ, ਚੇਤੇ ਰੱਖੋ, ਤੇ ਇਹਦੀ ਕਲਪਨਾ ਵੀ ਕਰਕੇ ਵੇਖ ਲਵੋ ਕਿ ਜੇ 3 ਖੇਤੀ ਕਾਨੂੰਨ ਵਾਪਸ ਹੋ ਗਏ ਅਤੇ ਕਿਸਾਨਾਂ ਦੀ ਇਹੀ ਹਾਲਾਤ ਰਹੇ ਜੋ ਹੁਣ ਇਸ ਵੇਲੇ ਨੇ, ਭਾਵ ਕਿਸਾਨਾਂ ਦੇ ਉੱਪਰ ਕਰਜ਼ਾ ਇਸੇ ਤਰ੍ਹਾਂ ਚੜ੍ਹਿਆ ਰਿਹਾ, ਫਸਲੀ ਚੱਕਰ ਨਾ ਟੁੱਟਿਆ, ਫਸਲਾਂ ਦੀ ਸਹੀ ਕੀਮਤ ਨਾ ਮਿਲੀ, ਕਿਸਾਨ ਖੁਦਕੁਸ਼ੀਆਂ ਕਰਦੇ ਰਹੇ, ਜੇ ਇੱਦਾਂ ਹੀ ਹੁੰਦਾ ਰਿਹਾ ਤਾਂ ਕੱਲ੍ਹ ਨੂੰ ਕੇਂਦਰ ਸਰਕਾਰ ਨੂੰ ਇਹ ਕਹਿਣ ਦਾ ਮੌਕਾ ਮਿਲ ਜਾਣਾ ਕਿ ਤੁਸੀਂ 3 ਖੇਤੀ ਕਾਨੂੰਨ ਤਾਂ ਵਾਪਸ ਕਰਵਾ ਲਏ, ਪਰ ਦੇਖੋ ਕਿਸਾਨੀ ਦੀ ਹਾਲਤ ਫੇਰ ਉਹੀ ਹੈ। ਜੇ ਖੇਤੀ ਅਤੇ ਕਿਸਾਨੀ ਇਸੇ ਤਰ੍ਹਾਂ ਘਾਟੇ ਦਾ ਸੌਦਾ ਬਣੀ ਰਹੀ ਤਾਂ ਭਲਕ ਨੂੰ ਫਿਰ ਸਰਕਾਰ ਇਹੋ ਜਿਹੇ ਕਾਨੂੰਨ ਲਿਆ ਸਕਦੀ ਹੈ ਕਿਸਾਨੀ ਦੀ ਹਾਲਤ ਸੁਧਾਰਨ ਦੇ ਨਾਂ ਉੱਤੇ। ਸੋ ਇਸ ਤੋਂ ਪਹਿਲਾਂ ਕਿ ਉਹ ਨੌਬਤ ਫੇਰ ਆਵੇ, ਐਸੇ ਵੇਲੇ ਹੁਣ ਜਦੋਂ ਲੋਹਾ ਗਰਮ ਸੀ, ਜਦੋਂ ਖੇਤੀ ਸੰਬੰਧੀ ਚਰਚਾ ਚੱਲ ਰਹੀ ਸੀ, ਤਾਂ ਹੁਣੇ ਇਸ ਵੇਲੇ ਜ਼ੋਰ ਪਾ ਕੇ ਖੇਤੀ ਲਈ, ਕਿਸਾਨੀ ਲਈ ਕੋਈ ਨਾ ਕੋਈ ਨੀਤੀ ਜ਼ਰੂਰ ਬਣਵਾ ਲੈਣੀ ਚਾਹੀਦੀ ਸੀ, ਜਿਵੇਂ MSP ਬਾਰੇ ਕਾਨੂੰਨ ਬਣਾਉਣ ਦੀ ਗੱਲ ਹੋਈ ਸੀ। ਕਿਸਾਨੀ ਅੰਦੋਲਨ ਦੇ ਇਸ ਪੂਰੇ ਸਫ਼ਰ ਦੇ ਨਾਲ ਇੱਕ ਹੋਰ ਬਹੁਤ ਵੱਡਾ ਅਤੇ ਜ਼ਰੂਰੀ ਮੁੱਦਾ ਇਹ ਜੁੜਦਾ ਹੈ, ਲਖੀਮਪੁਰ ਖੀਰੀ ਦੀ ਘਟਨਾ। 3 ਅਕਤੂਬਰ ਨੂੰ ਜਦੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਕੇ ਆਪੋ ਆਪਣੇ ਘਰਾਂ ਨੂੰ ਜਾ ਰਹੇ ਕਿਸਾਨਾਂ ਨੂੰ ਗੱਡੀ ਹੇਠਾਂ ਦਰੜਨ ਦੀ ਘਟਨਾ ਵਾਪਰੀ ਸੀ। ਉਹੀ ਘਟਨਾ ਜਿਹਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ ਮੋਨੂ ਦਾ ਨਾਂ ਮੂਹਰੇ ਆ ਰਿਹਾ ਹੈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਖੁਦ ਆਪਣੀ ਜਾਂਚ ਵਿੱਚ ਇਹ ਗੱਲ ਮੰਨੀ ਹੈ ਕਿ ਇਹ ਘਟਨਾ ਜਾਣ-ਬੁੱਝ ਕੇ ਯੋਜਨਾਬੱਧ ਤਰੀਕੇ ਨਾਲ ਪਲੈਨਿੰਗ ਕਰਕੇ ਨੇਪਰੇ ਚਾੜੀ ਗਈ ਘਟਨਾ ਸੀ। ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਮੁੰਡਾ ਇਸ ਵੇਲੇ ਜ਼ਰੂਰ ਪੁਲਿਸ ਰਿਮਾਂਡ ਵਿੱਚ ਹੈ,
ਅਤੇ ਦੂਜੇ ਬੰਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਜੋ ਕਿ ਲਖੀਮਪੁਰ ਖੀਰੀ ਵਾਲੀ ਘਟਨਾ ਤੋਂ ਪਹਿਲਾਂ ਲਗਾਤਾਰ ਕਿਸਾਨਾਂ ਨੂੰ ਧਮਕੀਆਂ ਦਿੰਦਾ ਰਿਹਾ ਹੈ, ਉਸ ਤੋਂ ਬਾਅਦ ਆਪਣੇ ਮੁੰਡੇ ਦਾ ਲਗਾਤਾਰ ਬਚਾਅ ਕਰਦਾ ਰਿਹਾ ਹੈ ਅਤੇ ਹੁਣ ਤਾਂ ਮੀਡੀਆ ਵਾਲਿਆਂ ਦੇ ਕੈਮਰੇ ਵੀ ਖੋਣ ਲੱਗ ਪਿਆ। ਤੁਸੀਂ ਉਹਦਾ ਵੀਡੀਓ ਬੀਤੇ ਦਿਨੀ ਜ਼ਰੂਰ ਵੇਖਿਆ ਹੋਣਾ। ਸੋ ਜਦੋਂ ਗੱਲ ਕਿਸਾਨੀ ਅੰਦੋਲਨ ਦੀ ਹੋਣੀ ਹੈ ਤਾਂ ਲਖੀਮਪੁਰ ਖੀਰੀ ਵਿਖੇ ਮਾਰੇ ਗਏ ਲੋਕਾਂ ਨੂੰ, ਸ਼ਹੀਦ ਹੋਏ ਕਿਸਾਨਾਂ ਨੂੰ, ਉਹਨਾਂ ਦੀ ਗੱਲ ਵੀ ਜ਼ਰੂਰ ਹੋਣੀ ਚਾਹੀਦੀ ਹੈ। ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਅਤੇ ਨਾਲ ਦੀ ਨਾਲ ਇਸ ਲਈ ਦੋਸ਼ੀ ਡੱਕ ਕੇ ਅੰਦਰ ਕੀਤਾ ਜਾਣਾ ਚਾਹੀਦਾ ਹੈ। ਜਦੋਂ ਗੱਲ ਕਿਸਾਨੀ ਅੰਦੋਲਨ ਤੋਂ ਬਾਅਦ ਦੇ ਹਾਲਾਤ ਦੀ ਹੋਣੀ ਹੈ ਤਾਂ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਦਾ ਜ਼ਿਕਰ ਹੋਣਾ ਵੀ ਜ਼ਰੂਰੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਿੱਲੀ ਵਿਖੇ ਲੱਗੇ ਮੋਰਚੇ ਵਿੱਚ ਕਿਸਾਨ ਆਗੂਆਂ ਨੇ ਅਗਵਾਈ ਕੀਤੀ, ਪਰ ਸਾਰੀ ਮਿਹਨਤ, ਸਾਰਾ ਦੁੱਖ, ਦਰਦ, ਕਸ਼ਟ ਜਿਨ੍ਹਾਂ ਨੇ ਹੰਢਾਇਆ ਉਹ ਸੀ ਗਰੀਬ ਕਿਸਾਨ ਜੋ ਉੱਥੇ ਸੜਕਾਂ ਤੇ ਬੈਠੇ ਸੀ, ਸੜਕਾਂ ਉੱਤੇ ਹੀ ਸੌਂਦੇ ਸੀ। ਕਿਸਾਨ, ਬਜ਼ੁਰਗ, ਮਾਈਆਂ, ਨੌਜਵਾਨ ਜਿਨ੍ਹਾਂ ਨੇ ਉੱਥੇ ਲਗਾਤਾਰ ਹਾਜ਼ਰੀ ਭਰੀ, ਪਰ ਪ੍ਰਮੁੱਖ ਤੌਰ 'ਤੇ ਨਾਂ ਜਿਨ੍ਹਾਂ ਦਾ ਬਣਦਾ ਰਿਹਾ ਉਹ ਸਨ ਕਿਸਾਨ ਆਗੂ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਅਤੇ ਉਹਨਾਂ ਦੇ ਆਗੂ ਮੋਹਰਲੀ ਕਤਾਰ ਵਿੱਚ ਨਜ਼ਰ ਆਏ। ਹੁਣ ਜਦੋਂ ਦਿੱਲੀ ਤੋਂ ਕਿਸਾਨ ਅੰਦੋਲਨ, ਕਿਸਾਨੀ ਮੋਰਚਾ ਵਾਪਸ ਆ ਗਿਆ ਤਾਂ ਪੰਜਾਬ ਆਉਂਦੇ ਸਾਰ ਸਾਰੇ ਕਿਸਾਨ ਆਗੂਆਂ ਦੇ ਰੰਗ ਢੰਗ ਬਦਲੇ ਹੋਏ ਨਜ਼ਰ ਆ ਰਹੇ ਨੇ। ਇੱਕ ਤਾਂ 32 ਕਿਸਾਨ ਜਥੇਬੰਦੀਆਂ ਜੋ ਉੱਥੇ ਇਕੱਠੀਆਂ ਸੀ, ਹੁਣ ਮੋਰਚੇ ਦੀ ਸਮਾਪਤੀ ਤੋਂ ਬਾਅਦ ਇਕੱਠੀਆਂ ਨਜ਼ਰ ਨਹੀਂ ਆ ਰਹੀਆਂ। ਹਰ ਕਿਸਾਨ ਆਗੂ ਦੇ ਬਿਆਨ ਵੱਖੋ ਵੱਖਰੇ ਨਜ਼ਰ ਆ ਰਹੇ ਨੇ। ਕੋਈ ਕਹਿੰਦਾ ਚੋਣਾਂ ਲੜਨੀਆਂ, ਕੋਈ ਕਹਿੰਦਾ ਚੋਣਾਂ ਨਹੀਂ ਲੜਨੀਆਂ, ਕੋਈ ਕਹਿੰਦਾ ਆਹ ਬੰਦਾ ਇਸ ਧਿਰ ਦਾ ਹੈ, ਕੋਈ ਕਹਿੰਦਾ ਆਹ ਬੰਦਾ RSS ਦਾ, ਕੋਈ ਕਹਿੰਦਾ ਆਹ ਬੰਦਾ ਕਿਸੇ ਹੋਰ ਧਿਰ ਦਾ ਹੈ। ਇੱਕ ਦੂਜੇ ਦੇ ਉੱਪਰ ਇਲਜ਼ਾਮਬਾਜ਼ੀ ਅਤੇ ਦੂਸ਼ਣਬਾਜ਼ੀ ਦਾ ਕੰਮ ਵੀ ਸ਼ੁਰੂ ਹੋ ਗਿਆ। ਕੋਈ ਨਾ ਕੋਈ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਨਾਲ ਜੁੜਿਆ ਹੋਇਆ ਵੀ ਪ੍ਰਤੀਤ ਹੁੰਦਾ ਹੈ। ਕੋਈ ਕਿਸੇ ਖਾਸ ਵਿਚਾਰਧਾਰਾ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰਦਾ ਵੀ ਹੁਣ ਪ੍ਰਤੀਤ ਹੋਣ ਲੱਗ ਪਿਆ। ਇਹਨਾਂ ਦੀ ਹੁਣ ਪਹਿਲਾਂ ਵਾਲੀ ਏਕਤਾ ਨਜ਼ਰ ਨਹੀਂ ਆ ਰਹੀ ਅਤੇ ਇਹ ਕਿਸਾਨਾਂ ਲਈ ਕੋਈ ਚੰਗਾ ਸੰਕੇਤ ਨਹੀਂ ਹੈ। ਤਾਂ ਹੁਣ ਇੱਥੇ ਇਹ ਚੀਜ਼ ਚੇਤੇ ਰੱਖੋ ਕਿ ਜੇ ਕੱਲ੍ਹ ਨੂੰ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਕੀ ਇਹ ਸਾਰੇ ਕਿਸਾਨ ਆਗੂ ਦੁਬਾਰਾ ਇਕੱਠੇ ਹੋ ਕੇ ਸਰਕਾਰ ਦੇ ਨਾਲ ਗੱਲਬਾਤ ਕਰਨ ਲਈ ਜਾਂ ਸਰਕਾਰ 'ਤੇ ਦਬਾਅ ਬਣਾਉਣ ਜੋਗੇ ਹੋਣਗੇ? ਦਿੱਲੀ ਤੋਂ ਆਉਣ ਲੱਗਿਆ ਇਹਨਾਂ ਸਾਰੇ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਭਲਕ ਨੂੰ ਜੇ ਕਿਸਾਨੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਦੁਬਾਰਾ ਅੰਦੋਲਨ ਲਾਉਣ ਲਈ ਵੀ ਤਿਆਰ ਹੋਣਗੇ। ਪਰ ਜਿਹੋ ਜਿਹੇ ਇਹਨਾਂ ਦੇ ਹੁਣ ਇਸ ਵੇਲੇ ਰੰਗ ਨਜ਼ਰ ਆ ਰਹੇ ਨੇ ਕਿ ਇਹ ਦੁਬਾਰਾ ਅੰਦੋਲਨ ਕਰ ਸਕਣਗੇ, ਇਹਦੇ ਉੱਪਰ ਬਹੁਤ ਵੱਡਾ ਸ਼ੰਕਾ ਨਜ਼ਰ ਆ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨ ਅੰਦੋਲਨ ਕੇਂਦਰ ਸਰਕਾਰ ਦੇ ਗਲ ਦੀ ਹੱਡੀ ਬਣਦਾ ਜਾ ਰਿਹਾ ਸੀ, ਬਹੁਤ ਵੱਡੀ ਮੁਸ਼ਕਲ ਖੜੀ ਕਰ ਰਿਹਾ ਸੀ, ਖਾਸ ਕਰ ਉਸ ਵੇਲੇ ਜਦੋਂ ਕਈ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਉੱਤਰ ਪ੍ਰਦੇਸ਼ ਵਰਗਾ ਵਕਾਰੀ ਸੂਬਾ ਜੋ ਕੇਂਦਰ ਸਰਕਾਰ ਲਈ ਬਣਿਆ ਹੋਇਆ, ਉੱਤੇ ਵੀ ਚੋਣਾਂ ਨੇ, ਪੰਜਾਬ ਵਿੱਚ ਵੀ ਚੋਣਾਂ ਨੇ, ਉੱਤਰਾਖੰਡ ਵਿੱਚ ਵੀ ਚੋਣਾਂ ਨੇ। ਇਹਨਾਂ ਸਾਰੇ ਸੂਬਿਆਂ ਦੀਆਂ ਚੋਣਾਂ ਵਿੱਚ ਕਿਸਾਨ ਅੰਦੋਲਨ ਦਾ ਅਸਰ ਪੈਣਾ ਸੀ, ਇਹ ਸਭ ਨੂੰ ਪਤਾ ਹੈ। ਸੋ ਅਜਿਹੇ ਵਿੱਚ ਕੇਂਦਰ ਸਰਕਾਰ ਦੀ ਪੂਰੀ ਕੋਸ਼ਿਸ਼ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨ ਅੰਦੋਲਨ ਵਾਪਸ ਹੋ ਜਾਵੇ, ਕਿਸਾਨ ਆਪੋ ਆਪਣੇ ਘਰਾਂ ਨੂੰ ਚਲੇ ਜਾਣ। 3 ਖੇਤੀ ਕਾਨੂੰਨ ਵਾਪਸ ਲੈ ਲਏ, ਬਾਕੀ ਦੀਆਂ ਮੰਗਾਂ ਉੱਤੇ ਭਰੋਸਾ ਦਵਾਤਾ। ਹੁਣ ਗੱਲ ਭਰੋਸੇ ਦੀ ਹੈ। ਸਰਕਾਰ ਨੇ ਭਰੋਸਾ ਦੇ ਦਿੱਤਾ, ਜਿਨ੍ਹਾਂ ਨੇ ਭਰੋਸਾ ਲਿਆ ਹੁਣ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਇਸ ਭਰੋਸੇ ਸੰਬੰਧੀ ਅਗਲੇਰੀ ਕਾਰਵਾਈ ਕਰਨ ਦੀ ਨੀਤੀ ਤਿਆਰ ਕਰਨ। ਸਾਂਝੇ ਕਿਸਾਨ ਮੋਰਚੇ ਨੇ 15 ਜਨਵਰੀ ਨੂੰ ਮੀਟਿੰਗ ਜ਼ਰੂਰ ਰੱਖੀ ਹੋਈ ਹੈ ਦਿੱਲੀ ਵਿੱਚ। 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ 1 ਮਹੀਨੇ ਦੇ ਹਾਲਾਤ, 1 ਮਹੀਨੇ ਦੀਆਂ ਸਰਗਰਮੀਆਂ ਨੂੰ ਵਾਚ ਕੇ, ਘੋਖ ਕੇ ਅਗਲੀ ਰਣਨੀਤੀ ਦਾ ਐਲਾਨ ਉਹਨਾਂ ਨੇ ਕਰਨਾ ਹੈ। ਪਰ ਗੱਲ ਵਾਰ-ਵਾਰ ਫਿਰ ਉਹੀ ਆਉਣੀ ਹੈ, ਕਿਸਾਨਾਂ ਦੇ ਪੱਲੇ ਜ਼ਰੂਰ ਕੁਝ ਨਾ ਕੁਝ ਪੈਣਾ ਚਾਹੀਦਾ ਹੈ, ਤਾਂ ਹੀ ਕਿਸਾਨ ਅੰਦੋਲਨ ਦੀ ਅਸਲ ਜਿੱਤ ਮੰਨੀ ਜਾਊਗੀ। ਸੋ ਕੁੱਲ ਮਿਲਾ ਕੇ ਕਿਸਾਨੀ ਅੰਦੋਲਨ ਦੇ ਹੁਣ ਤੱਕ ਦੇ ਹਾਲਾਤ ਅਤੇ ਅੱਗੇ ਦੀ ਸਥਿਤੀ ਦਾ ਸਾਰ ਇਹੀ ਹੈ ਕਿ ਕਿਸਾਨੀ ਅੰਦੋਲਨ ਦੀ ਸਭ ਤੋਂ ਵੱਡੀ ਅਤੇ ਇਤਿਹਾਸਕ ਜਿੱਤ ਇਸੇ ਗੱਲ ਤੋਂ ਪਤਾ ਲੱਗਦੀ ਹੈ ਕਿ ਕਿਸਾਨਾਂ ਨੇ ਉਸ ਸਰਕਾਰ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਜਿਹੜੀ ਕਿ ਹੁਣ ਤੱਕ ਦੀ ਸਭ ਤੋਂ ਮਜ਼ਬੂਤ, ਵੱਡੇ ਬਹੁਮਤ ਵਾਲੀ ਸਰਕਾਰ ਸੀ, ਜੋ ਅੱਜ ਤੱਕ ਕਿਸੇ ਹੋਰ ਕਦਮ ਤੋਂ ਪਿੱਛੇ ਨਹੀਂ ਸੀ ਹਟੀ। ਉਸ ਨੂੰ ਕਿਸਾਨਾਂ ਦੇ ਰੋਹ ਕਾਰਨ ਪਿੱਛੇ ਹਟਣਾ ਪਿਆ, 3 ਕਾਨੂੰਨ ਵਾਪਸ ਲੈਣੇ ਪਏ। ਇਸ ਵੇਲੇ ਇਹ ਬਹੁਤ ਵੱਡੀ ਜਿੱਤ ਨਜ਼ਰ ਆ ਰਹੀ ਹੈ, ਪਰ ਆਉਣ ਵਾਲੇ ਸਮੇਂ ਲਈ ਦੇਖੀਏ, ਆਉਣ ਵਾਲੇ ਸਾਲਾਂ ਲਈ ਗੱਲ ਕਰੀਏ ਤਾਂ MSP ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਵੀ ਮਨਵਾਈਆਂ ਜਾਣੀਆਂ ਉਨੀਆਂ ਹੀ ਜ਼ਰੂਰੀ ਨੇ ਜਿੰਨੇ 3 ਖੇਤੀ ਕਾਨੂੰਨ ਵਾਪਸ ਕਰਵਾਉਣੇ ਜ਼ਰੂਰੀ ਦੱਸੇ ਜਾ ਰਹੇ ਸੀ ਕਿਸਾਨ ਜਥੇਬੰਦੀਆਂ ਵੱਲੋਂ। ਕਿਉਂਕਿ ਇਹ ਚੀਜ਼ ਵਾਰ-ਵਾਰ ਨਜ਼ਰ ਆ ਰਹੀ ਹੈ ਕਿ ਹਾਲੇ ਵੀ ਕੇਂਦਰ ਸਰਕਾਰ ਨੇ ਬਹੁਤ ਕੁਝ ਆਪਣੇ ਕੋਲ ਰੱਖ ਲਿਆ ਹੈ। ਤੁਹਾਡੇ ਮੁਤਾਬਕ ਇਸ ਵੇਲੇ ਕਿਸਾਨੀ ਅੰਦੋਲਨ ਦੇ ਕੀ ਹਾਲਾਤ ਨੇ? ਆਉਣ ਵਾਲੇ ਸਮੇਂ ਵਿੱਚ ਕਿਸਾਨੀ ਅੰਦੋਲਨ ਦੇ, ਕਿਸਾਨੀ ਮੋਰਚੇ ਦੇ, ਕਿਸਾਨੀ ਦੇ ਕਿਹੋ ਜਿਹੇ ਹਾਲਾਤ ਹੋਣਗੇ? ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਆਪਣੇ ਵਿਚਾਰ ਹੇਠਾਂ ਕਮੈਂਟਸ ਵਿੱਚ ਜ਼ਰੂਰ ਦੱਸਿਓ। ਵੀਡੀਓ ਚੰਗਾ ਲੱਗਾ ਹੈ, ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਹੈ ਤਾਂ ਇਸ ਨੂੰ ਹੋਰ ਲੋਕਾਂ ਦੇ ਨਾਲ ਸ਼ੇਅਰ ਅਤੇ ਆਪਣੇ ਆਲੇ ਦੁਆਲੇ ਫਾਰਵਰਡ ਜ਼ਰੂਰ ਕਰਿਓ।
ਇਸੇ ਤਰ੍ਹਾਂ ਕੋਈ ਹੋਰ ਵਿਸ਼ਾ ਲੈ ਕੇ ਤੁਹਾਡੇ ਕੋਲ ਜਲਦੀ ਹੀ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।